ਆਪਾਂ ਕੱਲ ਮੋਹਨਧਾਰੀ ਇਕਾਂਗੀ ਦੀ ਰੀਡਿੰਗ ਕਰ ਰਹੇ ਸੀ ਕਿ ਮੋਹਨਧਾਰੀ ਇਕਾਂਗੀ ਦੇ ਵਿੱਚ ਡਾਕਟਰ ਈਸ਼ਵਰ ਚੰਦਾ ਨੰਦਾ ਨੇ ਤਿੰਨ ਵਿਸ਼ੇ ਲਏ ਨੇ। ਇੱਕ ਹੈ ਭ੍ਰਿਸ਼ਟਾਚਾਰੀਆਂ ਦਾ ਕਿਰਦਾਰ ਪੇਸ਼ ਕੀਤਾ, ਇੱਕ ਵਹਿਮਾਂ ਭਰਮਾਂ ਦੇ ਪ੍ਰਤੀ ਚੇਤਨਤਾ ਪੈਦਾ ਕੀਤੀ ਹੈ, ਔਰ ਥਰਡ ਵਨ ਇਜ਼ ਪੁਲਿਸ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਬਖੂਬੀ ਨਿਭਾਉਂਦੇ ਹੋਏ ਦਿਖਾਇਆ ਗਿਆ। ਆਪਾਂ ਡਿਸਕਸ ਕਰ ਰਹੇ ਸੀ ਕੱਲ ਰੀਡਿੰਗ ਤੱਕ, ਇੱਥੋਂ ਤੱਕ ਪਹੁੰਚੇ ਸੀ ਕਿ ਇਕਾਂਗੀ ਦੇ ਸ਼ੁਰੂ ਵਿੱਚ ਰਾਮ ਪਿਆਰੀ ਤੇ ਹਰੀਚੰਦ ਨੂੰ ਦਿਖਾਇਆ ਗਿਆ। ਹਰੀਚੰਦ ਆਪਣੀ ਬਿਮਾਰੀ ਦੇ ਕਾਰਨ ਡਾਕਟਰ ਦੇ ਕੋਲ ਦਵਾਈ ਲੈਣ ਜਾ ਰਿਹਾ ਤੇ ਰਾਮ ਪਿਆਰੀ ਜਦੋਂ ਘਰ ਦੇ ਕੰਮ ਆਹਰ ਵਿੱਚ ਲੱਗੀ ਹੋਈ ਹੈ ਤਾਂ ਐਂਟਰੀ ਕਿਹਦੀ ਹੁੰਦੀ ਹੈ? ਮਦਨ ਦੀ। ਮਦਨ ਅਸਲ ਵਿੱਚ ਕੌਣ ਹੈ? ਰਾਮ ਪਿਆਰੀ ਦਾ ਭਾਂਜਾ ਹੈ। ਉਸ ਦੀ ਭੈਣ ਗਿਆਨੋ ਦਾ ਪੁੱਤਰ ਹੈ। 1 ਮਾਰਕ ਕੁਐਸਚਨ ਸਾਰੇ ਆਣੇ ਹਨ। ਗਿਆਨੋ ਦਾ ਪੁੱਤਰ ਹੈ ਤੇ ਜਦੋਂ ਉਸ ਦੀ ਐਂਟਰੀ ਹੁੰਦੀ ਹੈ ਤਾਂ ਉਸ ਦਾ ਹੁਲੀਆ ਵਿਗੜਿਆ ਹੋਇਆ, ਉਹਦੇ ਸਿਰ ਤੇ ਪੱਟੀ ਵੀ ਬੰਨੀ ਹੋਈ ਹੈ ਜਿਹੜੀ ਕਿ ਦਿਖਾਈ ਨਹੀਂ ਦੇ ਰਹੀ, ਮੈਲੇ ਕੁਚੈਲੇ ਕੱਪੜੇ ਹਨ। ਉਹਦੇ ਤੋਂ ਰਿਐਲਿਟੀ ਦਾ ਪਤਾ ਚੱਲਦਾ ਹੈ ਕਿ ਉਹਦੇ ਪਿੱਛੇ ਪੁਲਿਸ ਲੱਗੀ ਹੋਈ ਹੈ। ਉਹ ਆਪਣੀ ਮਾਸੀ ਨੂੰ ਸਾਰੀ ਰਿਐਲਿਟੀ ਦੱਸਦਾ ਕਿ ਉਹ 3-4 ਮਹੀਨਿਆਂ ਦਾ ਘਰੋਂ ਬਾਹਰ ਨਿਕਲਿਆ ਹੋਇਆ। ਕਿਉਂ? ਉਹਦੇ ਪਿੱਛੇ ਉਹ ਅਸਲੀਅਤ ਇਹ ਵੀ ਦੱਸਦਾ ਹੈ ਕਿ ਉਸ ਦੇ ਨਾਲ ਜਿਹੜਾ ਦਫ਼ਤਰ ਵਿੱਚ ਕੰਮ ਕਰਦਾ ਭੂਸ਼ਣ ਹੈ ਨਾ, ਉਸਨੇ ਧੋਖਾ ਕੀਤਾ। ਦੋਨਾਂ ਨੇ ਮਿਲ ਕੇ ਆਪਸ ਵਿੱਚ ਗੱਲਬਾਤ ਕਰਕੇ ਪੈਸਿਆਂ ਦਾ ਗਬਨ ਕੀਤਾ, 48,000 ਰੁਪਏ ਦਾ। ਪਰ ਪੈਸੇ ਲੈ ਕੇ ਉਹ ਦੌੜ ਗਿਆ ਤੇ ਪੁਲਿਸ ਨੂੰ ਕਿਹਦੇ ਮਗਰ ਲਾ ਦਿੱਤਾ? ਕਿਹਦੇ ਮਗਰ ਲਾ ਦਿੱਤਾ? ਮਦਨ ਦੇ। ਤੇ ਮਦਨ ਹੁਣ ਪੁਲਿਸ ਦੀ ਮਾਰ ਤੋਂ ਬਚਦਾ ਹੋਇਆ ਆਪਣੀ ਮਾਸੀ ਦੇ ਘਰ ਪਹੁੰਚ ਗਿਆ। ਹੁਣ ਜਦੋਂ ਇਹ ਸਾਰੀ ਰਿਐਲਿਟੀ ਦੱਸਦਾ ਹੈ, ਇੰਨੇ ਚ ਹਰੀ ਚੰਦ ਹੈ ਜਿਹੜਾ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਆਇਆ ਹੈ ਤੇ ਦੱਸਦਾ ਹੈ ਕਿ ਡਾਕਟਰ ਨੇ ਬਹੁਤ ਸਾਰੀਆਂ ਬਿਮਾਰੀਆਂ ਗਿਣਾ ਦਿੱਤੀਆਂ ਨੇ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ। ਹੁਣ ਜਿਹੜੀ ਰਾਮ ਪਿਆਰੀ ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਹੁਣ ਜਦੋਂ ਆਪਾਂ ਕਰੈਕਟਰ ਸਕੈਚ ਕਰਨਾ, ਪਹਿਲਾਂ ਜਾਣ ਪਛਾਣ ਕਰਾਂਗੇ, ਫਿਰ ਆਪਣੇ ਪਤੀ ਦਾ ਖਿਆਲ ਰੱਖਣ ਵਾਲੀ ਹੈ, ਪਤੀ ਦੀ ਬਿਮਾਰੀ ਬਾਰੇ ਚਿੰਤਿਤ ਹੈ, ਇਹ ਆਪਾਂ ਸਾਰਾ ਕੁਝ ਡਿਸਕਸ ਕਰਾਂਗੇ। ਹੁਣ ਕੀ ਦੱਸਦੀ ਹੈ? ਆਪਣੇ ਪਤੀ ਨੂੰ ਦੱਸਣਾ ਚਾਹੁੰਦੀ ਹੈ। ਕੀ ਦੱਸਦੀ ਹੈ? ਕਿ ਇੱਥੇ ਵੀ ਬੜੀ ਵਿਪਤਾ ਪੈ ਗਈ ਹੈ। ਇੱਕ ਤਾਂ ਤੁਹਾਡੀ ਬਿਮਾਰੀ ਦੀ ਸਾਨੂੰ ਚਿੰਤਾ ਲੱਗੀ ਪਈ ਹੈ, ਪਹਿਲਾਂ ਤੁਸੀਂ ਆਪਣੀ ਬਿਮਾਰੀ ਬਾਰੇ ਦੱਸੋ, ਆਪਾਂ ਇੱਥੋਂ ਕੰਟੀਨਿਊ ਕਰਨਾ ਹੈ। ਤੇ ਦੂਸਰਾ, ਇੱਥੇ ਇੱਕ ਹੋਰ ਵੱਡੀ ਮੁਸੀਬਤ ਆ ਗਈ ਹੈ। ਕੀ ਦੱਸਦੀ ਹੈ? ਕਿ ਮੇਰੀ ਭੈਣ ਗਿਆਨੋ ਦਾ ਮੁੰਡਾ ਜਿਹੜਾ ਮਦਨ ਹੈ ਉਹ ਆ ਗਿਆ ਇੱਥੇ ਕਿਉਂਕਿ ਉਸਦੇ ਮਗਰ ਪੁਲਿਸ ਲੱਗੀ ਹੋਈ ਹੈ। ਜਿਹੜੀ ਇਹ ਗੱਲ ਜਦੋਂ ਸੁਣਦਾ ਹਰੀ ਚੰਦ, ਉਹ ਤਾਂ ਘਬਰਾ ਜਾਂਦਾ। ਕਹਿੰਦਾ ਅੱਗੇ ਬਿਪਤਾਵਾਂ ਘੱਟ ਨੇ, ਸਾਨੂੰ ਮੁਸੀਬਤਾਂ ਘੱਟ ਪਈਆਂ, ਅੱਗੇ ਡਾਕਟਰ ਨੇ ਸਾਡਾ ਪਿੱਛਾ ਨਹੀਂ ਛੱਡਿਆ ਤੇ ਹੁਣ ਜੇ ਪੁਲਿਸ ਨੇ ਵੀ ਸਾਡਾ ਪਿੱਛਾ ਨਾ ਛੱਡਿਆ ਤਾਂ ਸਾਡੇ ਤਾਂ ਘਰ ਦਾ ਸਫਾਇਆ ਹੋ ਜਾਣਾ। ਇੱਥੋਂ ਪਤਾ ਚੱਲਦਾ ਕਿ ਘਰ ਵਿੱਚ ਰੋਲਾ ਰੱਪਾ ਪੈ ਗਿਆ ਤੇ ਦੁਖੀ ਹੋਣ ਵਾਲਾ ਵਿਸ਼ਾ ਹੈ। ਹਰੀਚੰਦ ਵੀ ਦੁਖੀ ਹੋ ਰਿਹਾ, ਰਾਮ ਪਿਆਰ ਵੀ ਦੁਖੀ ਹੋ ਰਹੀ ਹੈ, ਔਰ ਇਹਨਾਂ ਦਾ ਇੱਕ ਬੇਟਾ ਹੈ ਕਿਸ਼ੋਰ, ਜਿਹਦੀ ਅੱਗੋਂ ਐਂਟਰੀ ਹੋਣੀ ਹੈ, ਜੋ ਕਿ ਅਸਿਸਟੈਂਟ ਅਕਾਊਂਟੈਂਟ ਲੱਗਾ ਹੋਇਆ ਦਫ਼ਤਰ ਦੇ ਵਿੱਚ, ਪੜ੍ਹਿਆ ਲਿਖਿਆ ਹੈ, ਅਗਾਂਹ ਵਧੂ ਸੋਚ ਵਾਲਾ ਹੈ। ਉਹਦੇ ਰਾਹੀਂ ਪਤਾ ਚੱਲਣਾ ਹੈ ਕਿ ਵਹਿਮਾਂ ਭਰਮਾਂ ਵਿੱਚ, ਪਖੰਡਾਂ ਵਿੱਚ, ਸਾਧੂ ਸੰਤਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਹੁਣ ਅੱਗੇ ਜਦੋਂ ਇਹ ਗੱਲਬਾਤ ਚੱਲ ਰਹੀ ਹੈ ਤਾਂ ਕਿਹਨਾਂ ਦੀ ਐਂਟਰੀ ਹੁੰਦੀ ਹੈ? ਨੈਕਸਟ ਬਾਹਰੋਂ ਆਵਾਜ਼ ਆਉਂਦੀ ਹੈ ਦੋਹੇ ਗਾਉਣ ਦੀ। ਦੋਹੇ ਕਿਹਦੇ ਗਾਏ ਜਾ ਰਹੇ ਨੇ? ਕਬੀਰ ਜੀ ਦੇ। ਮਾਇਆ ਮਰੀ ਨਾ ਮਨ ਮਰਾ, ਮਰ ਮਰ ਗਏ ਸਰੀਰ, ਆਸ਼ਾ ਤ੍ਰਿਸ਼ਨਾ ਨਾ ਮਰੇ, ਕਹਿ ਗਏ ਸੰਤ ਕਬੀਰ। ਇਹ ਕੌਣ ਬੋਲ ਰਿਹਾ? ਸਾਧੂ ਬੋਲ ਰਹੇ ਨੇ। ਸਾਧੂਆਂ ਦੀ ਐਂਟਰੀ। ਸਾਧੂ ਕੀ ਕਹਿੰਦੇ? ਕਰ ਭਲਾ ਹੋ ਭਲਾ। ਮਹਾਰਾਜ ਰਾਮ ਪਿਆਰੀ ਹੈ ਜਿਹੜੀ ਸਾਧੂ ਸੰਤਾਂ ਦੇ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਦੀ ਹੈ। ਜਦੋਂ ਉਹਨਾਂ ਦੀ ਆਵਾਜ਼ ਸੁਣਦੀ ਹੈ ਤਾਂ ਕਹਿੰਦੀ ਮਹਾਰਾਜ ਅੰਦਰ ਆ ਜਾਓ। ਉਹਨਾਂ ਲਈ ਮੰਜੀ ਡਾਉਂਦੀ ਹੈ, ਉਹਨਾਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਕਰਨਾ ਚਾਹੁੰਦੀ ਹੈ, ਜਦਕਿ ਉਹ ਕੀ ਕਹਿੰਦੇ ਨੇ? ਨਹੀਂ, ਸਾਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ। ਫਿਰ ਵੀ ਉਹ ਕੀ ਕਰਦੀ ਹੈ? ਉਹਨਾਂ ਦੇ ਲਈ ਫਲ ਤਿਆਰ ਕਰਕੇ ਉਹਨਾਂ ਦੇ ਅੱਗੇ ਰੱਖਦੀ ਹੈ। ਨੈਕਸਟ ਰਾਮ ਪਿਆਰੀ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਭੋਜਨ ਕਰਨਾ ਹੈ, ਪਰ ਨਹੀਂ, ਉਹ ਕਹਿੰਦੇ ਅਸੀਂ ਭੋਜਨ ਦੀ ਸਾਨੂੰ ਇੱਛਾ ਨਹੀਂ ਹੈ। ਹੁਣ ਹਰੀ ਚੰਦ ਸਾਧੂਆਂ ਦੇ ਅੱਗੇ ਪੇਸ਼ ਹੁੰਦਾ ਹੈ। ਮਹਾਤਮਾ ਰਾਮ ਪਿਆਰੀ ਨੂੰ ਕਹਿੰਦੇ ਨੇ ਕਿ ਸਾਨੂੰ ਲੱਗਦਾ ਕਿ ਤੁਹਾਡੇ ਘਰ ਤੇ ਨਾ ਬਹੁਤ ਵੱਡਾ ਦੁੱਖ ਆ ਗਿਆ। ਹੁਣ ਗਰਾਊਂਡ ਤਾਂ ਬਣਾਣੀ ਹੈ ਨਾ ਸਾਧੂਆਂ ਨੇ, ਕਿ ਜਿਸ ਮਕਸਦ ਲਈ, ਜਿਸ ਪਰਪਸ ਦੇ ਲਈ ਉਹ ਆਏ ਨੇ, ਉਸ ਪਰਪਸ ਤੱਕ ਪਹੁੰਚਣ ਲਈ ਉਹਨਾਂ ਨੇ ਕੋਈ ਵਿਉਂਤ ਬਣਾਈ ਹੈ। ਹੁਣ ਉਸ ਵਿਉਂਤ ਦੇ ਅਕੋਰਡਿੰਗ ਉਹ ਚੱਲ ਰਹੇ ਨੇ। ਕੀ ਕਹਿੰਦੇ ਨੇ? ਸਾਨੂੰ ਲੱਗਦਾ ਕਿ ਘਰ ਵਿੱਚ ਕੋਈ ਕਸ਼ਟ ਹੈ, ਬਿਮਾਰੀ ਹੈ। ਹਰੀਚੰਦ ਬਾਰੇ ਦੱਸੇ ਕਿ ਹਾਂ ਵਾਕਈ ਉਸਦਾ ਪਤੀ ਜਿਹੜਾ ਹਰੀਚੰਦ ਹੈ ਨਾ, ਬਹੁਤ ਬਿਮਾਰ ਹੈ। ਸਾਧੂ ਕੀ ਕਹਿੰਦਾ ਕਿ ਇਹ ਜਿਹੜੇ ਮੋਹਨਧਾਰੀ ਸਾਡੇ ਸੰਤ ਨੇ ਨਾ, ਇਹ ਤਾਂ 10ਵੇਂ ਦਿਨ ਮੌਨ ਖੋਲਣਗੇ। 1 ਮਾਰਕ ਕੁਐਸਚਨ ਨੋਟ ਕਰ ਲਓ, 10ਵੇਂ ਦਿਨ ਮੌਨ ਖੋਲਣਗੇ। ਉਸ ਦਿਨ ਬਾਰੇ ਸੋਚਣਗੇ ਜਿਸ ਇੰਨੇ ਚ ਕੀ ਆ ਜਾਂਦਾ? ਹਰੀਚੰਦ। ਹਰੀਚੰਦ ਕੀ ਕਹਿੰਦਾ?
ਸਾਧੂਆਂ ਦੇ ਪ੍ਰਤੀ ਵਿਅੰਗਾਤਮਕ ਭਾਸ਼ਾ ਯੂਜ਼ ਕਰਦਾ ਹੈ, ਵਿਅੰਗਮਈ ਭਾਸ਼ਾ ਯੂਜ਼ ਕਰਦਾ ਹੈ, ਭਗਤ ਕਹਿ ਕੇ ਬੁਲਾਉਂਦਾ ਹੈ। ਜਦੋਂ ਸਾਧੂ ਹਰੀਚੰਦ ਨੂੰ ਭਗਤ ਕਹਿ ਕੇ ਬੁਲਾਉਂਦੇ ਆ ਤੇ ਉਹ ਵੀ ਸਾਧੂਆਂ ਨਾਲ ਮਜ਼ਾਕ ਕਰਦਾ ਹੈ ਕਿ ਉਹ ਭਗਤ ਨਹੀਂ ਹੈ, ਉਸ ਦੀ ਸ਼ਕਲ ਭਗਤਾਂ ਵਾਲੀ ਨਹੀਂ ਹੈ। ਤੇ ਰਾਮ ਪਿਆਰੀ ਕਹਿੰਦੀ ਹੈ ਕਿ ਸਾਧੂਆਂ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ, ਉਹ ਸਾਧੂਆਂ ਦੇ ਪ੍ਰਤੀ ਬੜੀ ਰਿਸਪੈਕਟ ਦੀ ਭਾਵਨਾ ਰੱਖਦੀ ਹੈ। ਕੌਣ? ਰਾਮ ਪਿਆਰੀ। ਹੁਣ ਨੈਕਸਟ ਇਹਨਾਂ ਦੀ ਆਪਸ ਵਿੱਚ ਵਿਅੰਗਾਤਮਕ ਭਾਸ਼ਾ ਦੇ ਵਿੱਚ ਗੱਲਬਾਤ ਹੁੰਦੀ ਹੈ ਤਾਂ ਸਾਧੂ ਹਰੀਚੰਦ ਦੀ ਬਿਮਾਰੀ ਬਾਰੇ ਜਾਣ ਕੇ ਹਰੀਚੰਦ ਨੂੰ ਕਹਿੰਦੇ ਨੇ ਕਿ ਤੂੰ ਅੰਗਰੇਜ਼ੀ ਦਵਾਈਆਂ ਦਾ ਪਿੱਛਾ ਛੱਡ ਦੇ, ਅੰਗਰੇਜ਼ੀ ਦਵਾਈਆਂ ਜਦ ਤੱਕ ਕਰੀ ਜਾਏਗਾ ਤੇਰੀ ਜਿਹੜੀ ਦੇਹ ਹੈ, ਜਿਹੜੀ ਤੇਰਾ ਸਰੀਰ ਹੈ ਉਹ ਤੰਦਰੁਸਤ ਨਹੀਂ ਹੋਣਾ, ਸਰੀਰ ਨੂੰ, ਸਿਹਤ ਨੂੰ ਬਿਮਾਰੀਆਂ ਤੋਂ ਰਾਹਤ ਨਹੀਂ ਮਿਲਣੀ। ਇਹ ਸਾਰਾ ਕੁਝ ਜਿਹੜਾ ਤੇਰੇ ਬਿਮਾਰੀਆਂ ਨੇ ਘੇਰਿਆ, ਇਸ ਸਭ ਦਾ ਕਾਰਨ ਕੀ ਹੈ? ਅੰਗਰੇਜ਼ੀ ਦਵਾਈਆਂ। ਇਹ ਵੀ 1 ਮਾਰਕ ਕੁਐਸਚਨ ਨੋਟ ਕਰ ਲਓ। ਅੰਗਰੇਜ਼ੀ ਦਵਾਈਆਂ ਨੂੰ ਕਾਰਨ ਦੱਸਿਆ ਗਿਆ ਹੈ ਹਰੀਚੰਦ ਦੀਆਂ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਆਪਾਂ ਆਲਰੇਡੀ ਕੱਲ ਡਿਸਕਸ ਕੀਤੀਆਂ ਸਨ। ਉਸ ਨੂੰ ਕੀ ਕਿਹਾ ਗਿਆ ਹਰੀਚੰਦ ਨੂੰ ਕਿ ਉਹ ਤੁਹਾਨੂੰ ਅਜਿਹੀ ਦਵਾਈ ਦੇਣਗੇ, ਬਣੀ ਹੋਈ ਦੇਸੀ ਦਵਾਈ, ਜਿਹੜੀ ਉਹਨਾਂ ਨੇ ਨਾਰਾਇਣਗੜ੍ਹ ਦੇ ਠਾਕੁਰ ਸਾਹਿਬ ਲਈ ਬਣਾਈ ਸੀ। ਇੱਕ ਰੈਫਰੈਂਸ ਦੇ ਦਿੰਦੇ ਨੇ ਕਿ ਉਹਦੀ ਸਿਹਤ ਨੂੰ ਵੱਲ ਆਇਆ ਸੀ। ਨੋਟ ਕਰ ਲਓ ਕਿਹਦੇ ਲਈ ਬਣੀ ਹੋਈ ਦਵਾਈ ਦੀ ਉਹ ਕਹਿੰਦੇ ਨੇ ਕਿ ਉਹ ਦੇਣਗੇ ਨਾਰਾਇਣਗੜ੍ਹ ਦੇ ਠਾਕੁਰ ਸਾਹਿਬ ਲਈ। ਹੁਣ ਉਹ ਕਹਿੰਦੇ ਇਹੀ ਗੱਲਾਂ ਕਰਦੇ ਕਰਦੇ ਫਿਰ ਕਹਿੰਦੇ ਸਭ ਤੋਂ ਉੱਤਮ ਦਵਾਈ ਤਾਂ ਹੈ ਦਾਨ ਕਰਨਾ, ਸਾਰੇ ਰੋਗਾਂ ਨੂੰ ਦੂਰ ਕਰਨ ਦੀ ਦਵਾਈ ਹੈ ਕਿ ਆਪਣੀ ਕਮਾਈ ਦੇ ਵਿੱਚੋਂ ਦਾਨ ਕਰਨਾ ਜ਼ਰੂਰੀ ਹੈ। ਕਹਿੰਦਾ ਸਭ ਤੋਂ ਉੱਤਮ ਦਵਾਈ ਕਿਹੜੀ ਹੈ? ਦਾਨ ਕੀਤਾ ਜਾਵੇ। ਮਾਇਆ ਮਨੁੱਖ ਦੇ ਨਾਲ ਨਹੀਂ ਜਾਂਦੀ। ਮੋਹਨਧਾਰੀ ਬਾਬਾ ਨੇ ਆਪਣਾ ਮੋਹਨ ਖੋਲਦੇ ਸਮੇਂ ਇੱਕ ਹਵਨ ਕਰਨਾ ਹੈ। ਹਵਨ ਕਰਨਾ ਮੀਨਸ ਸ਼ੁੱਧਤਾ ਦੇ ਲਈ। ਉੱਥੇ ਕਾਂਸ਼ੀ ਤੋਂ ਪੰਡਤ ਤੇ ਵਿਦਵਾਨ ਆਉਣਗੇ, ਉਸ ਵਿੱਚ ਸਾਧੂ ਮਹਾਤਮਾ ਭੋਜਨ ਕਰਨਗੇ, ਉਸ ਨਾਲ ਉਸ ਦਾ ਕਲਿਆਣ ਹੋਵੇਗਾ। ਮੀਨਸ ਇਨਡਾਇਰੈਕਟ ਵੇ ਨਾਲ ਕੀ ਕਹਿੰਦੇ ਨੇ ਕਿ ਉਹਦੇ ਲਈ ਦਾਨ ਚਾਹੀਦਾ। ਕਲੀਅਰ ਹੈ ਬੇਟੇ? ਇੱਥੋਂ ਤੱਕ ਕਲੀਅਰ ਹੋ ਗਿਆ। ਹੁਣ ਇੰਨੇ 'ਚ ਹੀ ਐਂਟਰ ਕੌਣ ਕਰਦਾ ਹੈ? ਕੋਈ ਕਿਸ਼ੋਰ। ਕਿਸ਼ੋਰ ਅੰਦਰ ਐਂਟਰ ਕਰਦਾ, ਆਪਣੇ ਬਾਈਸਾਈਕਲ ਨੂੰ ਤਾਲਾ ਲਾ ਕੇ ਅੰਦਰ ਆਉਂਦਾ ਹੈ। ਇਸੇ ਵੇਲੇ ਵਿਹੜੇ 'ਚ ਘੰਟੀ ਵੱਜਦੀ ਹੈ ਤਾਂ ਕਿਸ਼ੋਰ ਪਿਤਾ ਜੀ ਨੂੰ ਗੁੱਸੇ ਵਿੱਚ ਬੋਲਦਾ ਕਿ ਕੀ ਪਖੰਡ ਕੀ ਰਚਿਆ ਹੋਇਆ, ਘਰ ਵਿੱਚ ਕੀ ਹੋ ਰਿਹਾ? ਉਹਨਾਂ ਨੂੰ ਦੱਸਿਆ ਜਾਂਦਾ ਕਿ ਸਾਧੂ ਬਾਬੇ ਆਏ ਨੇ। ਇਹ ਆਪਣੇ ਹਰੀਚੰਦ ਆਪ ਦੱਸਦਾ ਕਿ ਇਹ ਮੈਨੂੰ ਕੋਈ ਨਾ ਕੋਈ ਦਵਾਈ ਬਾਰੇ ਦੱਸਣਗੇ, ਮੇਰੀਆਂ ਬਿਮਾਰੀਆਂ ਦਾ ਕੋਈ ਨਾ ਕੋਈ ਹੱਲ ਲੱਭਣਗੇ ਜ਼ਰੂਰ। ਪਰ ਕਿਸ਼ੋਰ ਕਹਿੰਦਾ ਪਿਤਾ ਜੀ ਬਿਲਕੁਲ ਨਹੀਂ, ਇਹਨਾਂ ਨੂੰ ਇੱਥੋਂ ਬਾਹਰ ਕੱਢ ਦਿਓ। ਉਹਨੂੰ ਇਹਨਾਂ ਪਖੰਡੀ ਸਾਧੂਆਂ ਦਾ ਨਾ ਪਤਾ ਹੈ ਰਿਐਲਿਟੀ ਕਿ ਜਿਹੜੇ ਸਾਧੂ ਸੰਤ ਹੁੰਦੇ ਨੇ, ਮਹਾਤਮਾ ਹੁੰਦੇ ਨੇ ਕਿ ਦੁਨੀਆ ਭੋਲੀ ਭਾਲੀ ਦੁਨੀਆ ਨੂੰ ਨਾ ਆਪਣੇ ਮਗਰ ਲੱਗ ਕੇ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਗੁੰਮਰਾਹ ਕਰਕੇ ਸਭ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਨੇ। ਇਹ ਇਦਾਂ ਦੀ ਇਹਨਾਂ ਦੀ ਇਮੇਜ ਬਣੀ ਹੋਈ ਹੈ ਕਿ ਲੋਕਾਂ ਦੇ ਅੱਗੇ ਇਦਾਂ ਦੀ ਇਹਨਾਂ ਦੀ ਤਸਵੀਰ ਆਈ ਹੋਈ ਹੈ, ਇਸ ਕਰਕੇ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਕਿਸ਼ੋਰ ਇਹ ਸਭ ਕੁਝ ਦੱਸਦਾ ਤਾਂ ਸਾਧੂ ਜਾਣ ਲੱਗਦੇ ਨੇ। ਕਿਸ਼ੋਰ ਦੇ ਬੁਰਾ ਭਲਾ ਕਹਿਣ ਤੇ ਸਾਧੂਆਂ ਤੋਂ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਬਹੁਤ ਜ਼ਿਆਦਾ ਬੁਰਾ ਭਲਾ ਕਹਿੰਦਾ ਹੈ ਨਾ। ਕਹਿੰਦਾ ਕਿ ਮੈਂ ਪੁਲਿਸ ਨੂੰ ਪਕੜਾਉਣਾ ਹੈ ਹੁਣ ਇਹਨਾਂ ਨੂੰ। ਇਹ ਤਾਂ ਇੱਕ ਤਰ੍ਹਾਂ ਦੇ ਮੁਜਰਮ ਨੇ, ਇਹ ਤਾਂ ਸਮਾਜ ਤੇ ਬੋਝ ਨੇ, ਇਹਨਾਂ ਨੂੰ ਤਾਂ ਪੁਲਿਸ ਨੂੰ ਬੁਲਾ ਕੇ ਫੜਾ ਦੇਣਾ ਚਾਹੀਦਾ ਹੈ। ਰਾਮ ਪਿਆਰੀ ਉਸ ਦੇ ਅੱਗੇ ਤਰਲਾ ਮਿੰਤਾ ਕਰਕੇ ਉਹਨਾਂ ਨੂੰ ਰੋਕ ਲੈਂਦੀ ਹੈ। ਮਾਤਾ ਦੇ ਪ੍ਰੇਮ ਦੇ ਬੱਦੇ ਸਾਧੂ ਫਿਰ ਰੁਕ ਜਾਂਦੇ ਹਨ। ਹੁਣ ਅੱਗੇ ਜਦੋਂ ਹਰੀਚੰਦ ਸਾਧੂਆਂ ਕੋਲੋਂ ਦਵਾਈ ਦੀ ਮੰਗ ਕਰਦਾ ਹੈ ਤਾਂ ਉਹ ਦਵਾਈ ਦੇ ਕੇ 11 ਰੁਪਈਆਂ ਦੀ ਮੰਗ ਕਰਦਾ ਹੈ। 11 ਰੁਪਈਆਂ ਨੂੰ ਨੋਟ ਕਰ ਲਓ ਬੇਟੇ। ਮੋਹਨਧਾਰੀ ਦਾ ਦੂਜੇ ਸਾਧੂ ਨੂੰ ਹੁਣ ਇਸ਼ਾਰਾ ਕਰਨਾ, ਕੀ ਇਸ਼ਾਰਾ ਕਰਦਾ ਹੈ ਕਿ ਇਸ ਘਰ ਵਿੱਚ ਕੋਈ ਦੁਖੀ ਆਦਮੀ ਹੈ। ਹੁਣ ਦੁਖੀ ਆਦਮੀ ਕੌਣ ਹੈ? ਮਦਨ। ਹੁਣ ਮਦਨ ਦੇ ਨੂੰ ਤਾਂ ਪਕੜਨਾ ਹੈ ਉਹਨਾਂ ਨੇ। ਕਹਿੰਦੇ ਇਸ ਵਿੱਚ ਲੱਗਦਾ ਹੈ ਇਸ ਘਰ ਵਿੱਚ ਕੋਈ ਦੁਖੀ ਆਤਮਾ ਹੈ, ਦੁਖੀ ਵਿਅਕਤੀ ਹੈ। ਕਿਸ਼ੋਰ ਕਹਿੰਦਾ ਘਰ ਵਿੱਚ ਕੋਈ ਦੁੱਖ ਨਹੀਂ, ਇਸ ਲਈ ਇੱਥੋਂ ਚਲਦੇ ਬਣੋ। ਕਿਸ਼ੋਰ ਉਹਨਾਂ ਨੂੰ ਫਿਰ ਡਾਂਟਦਾ। ਕਿਸ਼ੋਰ ਨੂੰ ਤਾਂ ਬਹੁਤ ਗੁੱਸਾ ਹੈ ਕਿਉਂਕਿ ਉਹ ਅਗਾਂਹ ਵਧੂ ਸੋਚ ਵਾਲਾ ਹੈ, ਵਿਗਿਆਨਕ ਸੋਝੀ ਰੱਖਦਾ ਹੈ ਕਿ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ। ਹੁਣ ਇੰਨੇ 'ਚ ਮਦਨ ਹੈ ਜਿਹੜਾ ਬਾਹਰ ਆ ਜਾਂਦਾ ਸਾਧੂਆਂ ਦੇ ਸਾਹਮਣੇ। ਸਾਧੂਆਂ ਦੇ ਸਾਹਮਣੇ ਅੰਦਰੋਂ ਬਾਹਰ ਨਿਕਲਦਾ ਸਾਧੂਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ, ਕਿਉਂਕਿ ਉਹਨੇ ਗੱਲਾਂ ਸਾਰੀਆਂ ਸੁਣ ਲਈਆਂ। ਕਹਿੰਦਾ ਵਾਕਈ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਜ਼ਿੰਦਗੀ 'ਚ ਕਿ ਮੇਰੇ ਤੇ ਝੂਠਾ ਇਲਜ਼ਾਮ ਲੱਗ ਗਿਆ। ਮੇਰੇ ਸਾਥੀ ਭੂਸ਼ਣ ਨੇ ਮੈਨੂੰ ਇੰਨਾ ਦੁਖੀ ਕੀਤਾ ਕਿ ਮੇਰੇ ਪਿੱਛੇ ਪੁਲਿਸ ਲਾ ਦਿੱਤੀ। ਸ਼ਾਇਦ ਵੇ ਸਾਧੂ ਮੇਰਾ ਕੋਈ ਹੱਲ ਲੱਭ ਦੇ। ਹੁਣ ਰਾਮ ਪਿਆਰੀ ਮਦਨ ਨੂੰ ਕਹਿੰਦੀ ਕਿ ਸਾਧੂ ਦੇ ਦਰਸ਼ਨ ਕਰ ਲਵੇ ਤੇ ਸਾਧੂ ਹੈ ਜਿਹੜੇ ਤੇਰਾ ਜਿਹੜਾ ਦੁੱਖ ਜ਼ਰੂਰ ਦੂਰ ਕਰਨਗੇ। ਮਦਨ ਕੀ ਕਹਿੰਦਾ ਕਿ ਉਹ ਇੱਧਰ ਦੌਰੇ ਤੇ ਆਇਆ ਸੀ, ਸੋਚਿਆ ਕਿ ਮਿਲਦਾ ਜਾਵਾਂ। ਕਿਹਨੂੰ ਦੱਸਦਾ? ਕਿਸ਼ੋਰ ਨੂੰ। ਕਿਸ਼ੋਰ ਨੂੰ ਪਤਾ ਚੱਲਦਾ ਕਿ ਕਿੱਥੋਂ ਆ ਗਿਆ ਮਦਨ।
ਇਹ ਕਿਵੇਂ ਆ ਗਿਆ? ਹੁਣ ਉੱਥੇ ਵੀ ਉਹ ਕੀ ਹੈ, ਮਦਨ ਝੂਠ ਬੋਲਦਾ ਕਿ ਉਹ ਤਾਂ ਇੱਧਰ ਦੌਰੇ ਤੇ ਆਏ ਸੀ ਆਪਣੇ ਡਿਊਟੀ ਦੇ ਦੌਰਾਨ। ਦੌਰਾ ਮੀਨਸ ਦੌਰਾ ਕੀ ਹੁੰਦਾ ਹੈ? ਇੱਥੇ ਕੋਈ ਨਿਰੀਖਣ ਕਰਨ ਆਇਆ ਸੀ, ਜਾਂਚ ਪੜਤਾਲ ਕਰਨਾ ਸੀ ਕਿ ਉਹਦੀ ਡਿਊਟੀ ਲੱਗੀ ਸੀ। ਉਹ ਕੀ ਕਹਿੰਦਾ ਅੱਗੇ, ਮਹਾਤਮਾ ਦੀ ਮਦਨ ਨਾਲ ਹੁਣ ਗੱਲਬਾਤ ਹੁੰਦੀ ਹੈ। ਕਿਸ਼ੋਰ ਸਾਧੂਆਂ ਬਾਰੇ ਬੋਲ ਬੋਲੀ ਜਾ ਰਿਹਾ, ਕਿਸ਼ੋਰ ਰੁਕਦਾ ਨਹੀਂ ਹੈ। ਉਧਰ ਸਾਧੂ ਮਦਨ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਮੌਕਾ ਮਿਲ ਗਿਆ ਸਾਧੂਆਂ ਨੂੰ ਕਿ ਹੁਣ ਚੰਗਾ ਮੌਕਾ ਹੈ ਕਿ ਕਿਸ਼ੋਰ ਉਹਨਾਂ ਨੂੰ ਭੰਡੀ ਜਾ ਰਿਹਾ ਹੈ ਤੇ ਹੁਣ ਮਦਨ ਦੀ ਜਿਹੜਾ ਮਦਨ ਨੂੰ ਪਕੜਨਾ ਹੈ, ਉਹਦੀ ਗੱਲ ਦੀ ਤਹਿ ਤੱਕ ਪਹੁੰਚਿਆ ਜਾਏ। ਉਹਨਾਂ ਦੇ ਸਿਰ ਵਿੱਚ ਸੱਟ ਲੱਗਣ ਦਾ ਪੁੱਛਣ ਤੇ ਮਦਨ ਦੱਸਦਾ ਕਿ ਪੌੜੀਆਂ ਤੋਂ ਡਿੱਗ ਪਿਆ, ਇੱਥੇ ਵੀ ਝੂਠ ਬੋਲਿਆ ਉਹਨੇ। ਹੁਣ ਇੱਕ ਵਿਅਕਤੀ ਜਿਹੜਾ ਕਿ ਮਾੜੇ ਕੰਮ ਵਿੱਚ ਫਸ ਗਿਆ ਹੈ, ਉਹ ਇਸ ਇੱਕ ਜੁਰਮ ਨੂੰ ਛੁਪਾਉਣ ਲਈ ਕਿੰਨੇ ਝੂਠ ਬੋਲਦਾ ਹੈ। ਹੁਣ ਤੁਸੀਂ ਰੂਟੀਨ 'ਚ ਵੀ ਦੇਖ ਲਓ, ਕੋਈ ਬੱਚਾ ਜਿਹਨੇ ਕੋਈ ਗਲਤੀ ਕਰ ਲਈ, ਉਹ ਇੱਕ ਝੂਠ ਨੂੰ ਛੁਪਾ ਲਈ ਕਿੰਨੇ ਆ ਝੂਠ ਬੋਲੇਗਾ ਤੇ ਆਖਿਰ ਤੇ ਗਲਤੀ ਤਾਂ ਸਾਹਮਣੇ ਆ ਹੀ ਜਾਂਦੀ ਹੈ। ਇਸੇ ਤਰ੍ਹਾਂ ਹੀ ਰਾਮ ਪਿਆਰੀ ਮਦਨ ਨੂੰ ਸਾਧੂਆਂ ਨੂੰ ਨਮਸਕਾਰ ਕਰਨ ਲਈ ਕਹਿੰਦੀ ਹੈ। ਜਦੋਂ ਦੇਖਦੇ ਨੇ ਕਿ ਇਹ ਸੱਟ ਕਿਵੇਂ ਲੱਗੀ ਤਾਂ ਉਹ ਕੀ ਦੱਸਦਾ ਹੈ ਕਿ ਪੌੜੀਆਂ ਤੋਂ ਡਿੱਗ ਪਿਆ। ਹੁਣ ਇਹਦੇ ਇਨ ਬਿਟਵੀਨ ਫੇਰ ਕਿਸ਼ੋਰ ਅਖਬਾਰ ਪੜ੍ਹ ਕੇ ਹਰੀਚੰਦ ਨੂੰ ਸੁਣਾਉਂਦਾ ਹੈ, ਆਹ ਦੇਖੋ, ਕਿਉਂਕਿ ਕਿਸ਼ੋਰ ਨੂੰ ਤਾਂ ਬਹੁਤ ਗੁੱਸਾ ਚੜਿਆ ਹੋਇਆ ਉਹਨਾਂ ਸਾਧੂਆਂ ਦਾ ਰੂਪ ਦੇਖ ਕੇ, ਸਾਧੂ ਦੇਖ ਕੇ। ਆਹ ਦੇਖੋ, ਹਵਾਲਾਤੀ ਮੁਜਰਮ, ਜਿਸ ਦੀ ਸ਼ਕਲ ਇਹਨਾਂ ਵਿੱਚੋਂ ਇੱਕ ਸਾਧੂ ਨਾਲ ਮਿਲਦੀ ਹੈ, ਉਹਨਾਂ ਨੂੰ ਮੁਜਰਮ ਕਰਾਰ ਦਿੱਤਾ ਕਿ ਇਹ ਤਾਂ ਭਗੌੜੇ ਨੇ, ਇਹ ਤਾਂ ਹਵਾਲਾਤ ਤੋਂ ਭੱਜੇ ਹੋਏ ਨੇ। ਉਹ ਸਾਧੂ ਨੂੰ ਬਾਂਹ ਤੋਂ ਪਕੜ ਕੇ ਉਠਾਉਣ ਦੀ ਕੋਸ਼ਿਸ਼ ਕਰਦਾ, ਉਸਨੂੰ ਖੱਬਾ ਗੋਡਾ ਵਿਖਾਉਣ ਲਈ ਕਹਿੰਦਾ ਹੈ ਕਿ ਤੂੰ ਦਿਖਾ ਆਪਣਾ ਖੱਬਾ ਗੋਡਾ, ਕਿ ਮੈਨੂੰ ਕੁਝ ਸ਼ੱਕ ਪੈਂਦਾ। ਸਾਧੂ ਦਾ ਉਪਦੇਸ਼। ਸਾਧੂ ਕੀ ਕਹਿੰਦੇ ਨੇ? ਕਿਸ਼ੋਰ ਵੱਲੋਂ ਉਹ ਵਾਰ-ਵਾਰ ਭੈੜੇ ਸ਼ਬਦ ਬੋਲੇ ਜਾਂਦੇ, ਕਹਿੰਦੇ ਨੇ ਕਿ ਉਹਨਾਂ ਦੀ ਬਹੁਤ ਬੇਇੱਜ਼ਤੀ ਹੋ ਗਈ ਹੈ। ਇੰਨੀ ਘਰ ਆਇਆਂ ਦੀ, ਸਾਧੂ ਮਹਾਤਮਾ ਦੀ ਇੰਨੀ ਬੇਇੱਜ਼ਤੀ। ਰਾਮ ਪਿਆਰੀ ਤੇ ਹਰੀਚੰਦ ਕਿਸ਼ੋਰ ਨੂੰ ਇਸ ਗੱਲ ਤੇ ਡਾਂਟਦੇ ਨੇ, ਆਪਣੇ ਬੇਟੇ ਨੂੰ, ਪਰੰਤੂ ਕਿਸ਼ੋਰ ਤਾਂ ਬਾਰ-ਬਾਰ ਇੱਕੋ ਗੱਲ ਤੇ ਅੜਿਆ ਹੋਇਆ ਕਿ ਮੇਰੇ ਤੋਂ ਇਹ ਸਾਧੂ ਸੰਤ ਬਰਦਾਸ਼ਤ ਨਹੀਂ ਹੁੰਦੇ, ਮੈਂ ਹੁਣ ਪੁਲਿਸ ਨੂੰ ਬੁਲਾ ਹੀ ਲੈਣਾ ਹੈ। ਹੁਣ ਪੁਲਿਸ ਨੂੰ ਬੁਲਾਉਣ ਲਈ ਉਹ ਬਾਹਰ ਜਾਣ ਲੱਗਦਾ ਹੈ ਤਾਂ ਹਰੀਚੰਦ ਨੂੰ ਰੋਕਦਾ ਹੈ। ਸੰਤ ਦੀ ਮਹਿਮਾ ਪੁਲਿਸ ਪਛਾਣੇ, ਓਏ ਚਲੋ ਥਾਣੇ। ਉਹ ਕਹਿੰਦੇ ਹਨ ਪੁਲਿਸ ਉਹਨਾਂ ਨੂੰ ਜਾਣਦੀ ਹੈ ਤੇ ਉਹ ਕੀ ਕਹਿੰਦੇ ਨੇ, ਬੁਲਾ ਲਓ ਪੁਲਿਸ ਨੂੰ, ਪੁਲਿਸ ਸਾਨੂੰ ਚੰਗੀ ਤਰ੍ਹਾਂ ਜਾਣਦੀ ਹੈ। ਕਿਸ਼ੋਰ ਪੁਲਿਸ ਨੂੰ ਲਿਆਉਣ ਲਈ ਜਾਣ ਲੱਗਦਾ ਤਾਂ ਹਰੀਚੰਦ ਉਸਨੂੰ ਜੱਫਾ ਮਾਰ ਕੇ ਰੋਕ ਲੈਂਦਾ। ਹੁਣ ਮੈਂ ਲਾਸਟ ਵਾਲੀਆਂ ਲਾਈਨਾਂ ਜਿਹੜੀਆਂ ਨੇ ਉਹ ਡਾਇਲੋਗ ਦੇ ਵਿੱਚ ਬੋਲਦੀਆਂ। ਮਦਨ ਘਬਰਾਇਆ, ਕਿਸ਼ੋਰ ਪਾਪਾ, ਕਿਸ਼ੋਰ ਪਾਪਾ। ਪਾਪਾ ਕਹਿੰਦਾ ਕਿਹਨੂੰ? ਆਪਣੇ ਵੱਡੇ ਵੀਰੇ ਨੂੰ। ਕਿਸ਼ੋਰ ਬਾਹਰ ਨੂੰ ਨੱਠਦਾ ਕਿ ਪੁਲਿਸ ਨੂੰ ਨਾ ਜਾਈ ਬੁਲਾਉਣ, ਕਿਉਂਕਿ ਜੇ ਪੁਲਿਸ ਆ ਗਈ ਮੈਂ ਤਾਂ ਬਿਲਕੁਲ ਹੀ ਫੜਿਆ ਜਾਣਾ। ਕਿਸ਼ੋਰ ਮਦਨ ਨੂੰ ਆਪਣੇ ਲਾਲੇ ਪੈ ਗਏ ਕਿ ਹੁਣ ਤਾਂ ਮੈਂ ਗਿਆ। ਮਦਨ ਬਹੁਤ ਘਬਰਾਹਟ ਵਿੱਚ, ਮਾਸੀ ਮਾਸੀ, ਮਾਸੜ ਜੀ ਮੈਂ ਚੱਲਿਆ। ਕਹਿੰਦਾ ਮੈਂ ਤਾਂ ਏਦਾਂ ਹੀ ਦੌੜਨ ਲੱਗਾ। ਸਾਧੂ ਜ਼ੋਰ ਨਾਲ ਮਦਨ ਨੂੰ ਪਕੜ ਲੈਂਦੇ ਨੇ। ਹੁਣ ਹੀ ਕਾਂਗੀ ਨੇਪਰੇ ਚੜਦਾ। ਹੁਣ ਸਾਧੂ ਹੈ ਜਿਹੜੇ ਆਪਣੇ ਅਸਲੀ ਰੂਪ ਵਿੱਚ ਸਾਹਮਣੇ ਆਉਂਦੇ ਹਨ। ਸੱਜੇ ਹੱਥ ਨਾਲ ਉਹਦੀ ਪੱਟੀ ਅੱਗੇ ਖੋਲ ਕੇ ਮੱਥੇ ਤੇ ਜਿਹੜੀ ਪੱਟੀ ਬੰਨੀ ਹੋਈ ਆ ਉਹਨੇ ਦਾਗ ਨੂੰ ਵੇਖਦੇ ਹਨ, ਜਿਹੜਾ ਦਾਗ ਪਿਆ ਹੋਇਆ। ਹੁਣ ਕਿੱਥੇ ਜਾਣਾ ਬੱਚੂ? ਮੋਹਨਧਾਰੀ ਨੂੰ, ਇੰਸਪੈਕਟਰ ਸਾਹਿਬ, ਇਹ ਸ਼ਨਾਖਤੀ ਦਾਗ ਮੱਥੇ ਉੱਤੇ। ਮਦਨ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਇਹ ਅਖਾਣ ਹੈ, ਇੱਕ ਦਾ ਇੱਕ ਦਿਨ ਮੁਜਰਿਮ ਪਕੜਿਆ ਹੀ ਜਾਂਦਾ ਹੈ। ਜਿੰਨਾ ਮਰਜ਼ੀ ਭੱਜ ਦੌੜ ਕਰ ਲੋ, ਜਿੰਨੇ ਮਰਜ਼ੀ ਹਿੱਲੇ ਵਸੀਲੇ ਕਰ ਲੋ, ਗਲਤੀ ਇੱਕ ਨਾ ਇੱਕ ਦਿਨ ਸਾਹਮਣੇ, ਧੋਖਾ ਫਰੇਬ ਸਾਹਮਣੇ ਆ ਹੀ ਜਾਂਦਾ ਹੈ। ਮਦਨ ਨੱਠਣ ਦੀ ਬੇਕਾਰ ਕੋਸ਼ਿਸ਼ ਕਰਦਾ ਹੈ ਪਰ ਸਾਧੂ ਨੇ ਉਸਨੂੰ ਜਕੜਿਆ ਹੋਇਆ ਹੈ। ਮੋਹਨਧਾਰੀ ਫੁਰਤੀ ਦੇ ਨਾਲ ਝੋਲੀ ਦੇ ਵਿੱਚੋਂ ਰਿਵਾਲਵਰ ਤਾਣ ਕੇ, ਹਿਲੋ ਮਤ, ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ। ਕੌਣ? ਮੋਹਨਧਾਰੀ ਬਾਬਾ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ, ਮੈਂ ਇੰਸਪੈਕਟਰ ਦੀਪਚੰਦ, ਹਵਲਦਾਰ ਜਾਣੇ ਨਾ ਪਾਏ ਮੁਲਜ਼ਮ। ਕਰਾ ਕੇ ਹਾਏ ਰੱਬਾ ਮੈਂ ਮਾਰਿਆ ਗਿਆ। ਇੱਥੇ ਇਕਾਂਗੀ ਦਾ ਐਂਡ ਹੁੰਦਾ ਹੈ। ਇਹਦਾ ਭਾਵ ਕੀ ਹੈ? ਪੁਲਿਸ ਦਾ ਨਾਂ ਸੁਣ ਕੇ ਮਦਨ ਜਦੋਂ ਦੌੜਨ ਲੱਗਦਾ ਹੈ, ਹੁਣ ਪੁਲਿਸ ਵਾਲਿਆਂ ਨੂੰ ਇਹ ਹੋ ਗਿਆ ਕਿ ਜੇ ਮਦਨ ਦੌੜ ਗਿਆ ਤਾਂ ਸਾਡੀ ਤਾਂ ਜਿਹੜੀ ਕੀਤੀ ਪੂਰੀ ਪਲੈਨਿੰਗ ਹੈ ਉਹ ਬਿਲਕੁਲ ਫੇਲ ਹੋ ਜਾਣੀ ਹੈ ਤੇ ਹੁਣ ਤਾਂ ਅਸੀਂ ਆਪਣੀ ਰਿਐਲਿਟੀ ਵੀ ਦੱਸ ਦੇਣੀ ਹੈ। ਹੁਣ ਉਹਨੂੰ ਪਕੜਦੇ ਨੇ, ਰਿਵਾਲਵਰ ਕੱਢ ਕੇ ਉਹਦੇ ਮੋਢੇ ਤੇ ਤਾਣ ਦਿੰਦਾ ਹੈ ਮੋਹਨਧਾਰੀ ਬਾਬਾ। ਅਸਲ ਵਿੱਚ ਮੋਹਨਧਾਰੀ ਬਾਬਾ ਕੌਣ ਹੈ? ਇੰਸਪੈਕਟਰ ਦੀਪਚੰਦ ਹੈ। ਕਲੀਅਰ ਹੈ ਬੱਚੇ? ਇਕਾਂਗੀ ਸਭ ਨੂੰ ਕਲੀਅਰ ਹੋ ਗਿਆ? ਹੁਣ ਆਪਾਂ ਡਿਸਕਸ ਕਰਦੇ ਹਾਂ ਬੈਕ ਐਕਸਰਸਾਈਜ਼ ਕੁਐਸਚਨ। ਇਸ ਤੋਂ ਬਾਅਦ ਆਪਾਂ ਕਰਾਂਗੇ ਕਰੈਕਟਰ ਸਕੈਚ। ਫਸਟ ਕੁਐਸਚਨ ਧਿਆਨ ਨਾਲ ਸੁਣਿਓ ਬੇਟੇ। ਫਸਟ ਕੁਐਸਚਨ, ਸੁੱਖੀ ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ।
ਘਬਰਾ ਨਾ, ਚੱਲ ਅੰਦਰ, ਹੱਥ ਮੂੰਹ ਧੋ ਕੇ ਹੁਣੇ ਤੇਰਾ ਵੀਰਾ ਦਫ਼ਤਰੋਂ ਆਉਂਦਾ ਹੈ ਤਾਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ। ਫਸਟ ਕੁਐਸਚਨ ਇਹਦੇ ਅਕੋਰਡਿੰਗ ਬੇਟੇ, ਫਸਟ ਕੁਐਸਚਨ, ਇਹ 17 ਕਿਸ ਇਕਾਂਗੀ ਵਿੱਚੋਂ ਹਨ? ਕਿਸ ਇਕਾਂਗੀ ਚੋਂ ਨੇ ਬੇਟੇ? ਮੋਹਨਧਾਰੀ ਇਕਾਂਗੀ ਵਿੱਚੋਂ। ਮੋਹਨਧਾਰੀ ਇਕਾਂਗੀ ਦੇ ਇਕਾਂਗੀਕਾਰ ਕੌਣ ਹੈ? ਈਸ਼ਵਰ ਚੰਦਰ ਨੰਦਾ। ਸੈਕਿੰਡ ਕੁਐਸਚਨ, ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਕੌਣ ਬੋਲੇਗਾ ਆਂਸਰ? ਕਿਸ ਨੇ ਕਿਸ ਨੂੰ ਕਹੇ? ਦੇਖੋ ਬੱਚੇ 34 ਸਟੂडेंट ਪ੍ਰੈਜ਼ੈਂਟ ਹੈ, ਇਹਦਾ ਮਤਲਬ ਕਾਫੀ ਬੱਚੇ ਐਬਸੈਂਟ ਹੈ ਕਲਾਸ ਵਿੱਚ। 46 ਸਟੂडेंट्स ਦੀ ਕਲਾਸ ਹੋਏ ਤੇ 34 ਪ੍ਰੈਜ਼ੈਂਟ ਹੈ, ਮੀਨਸ ਇਨਕਲੂਡਿੰਗ ਮੀ 12 ਬੱਚੇ ਐਬਸੈਂਟ ਹੈ। ਤਾਂ ਤੁਹਾਡੀ ਤਾਂ ਰਿਪੋਰਟ ਬੇਟੇ ਅੱਗੇ ਜਾਏਗੀ ਨਾ, ਤੁਸੀਂ ਰੈਗੂਲਰ ਨਹੀਂ ਹੋ। ਯੈਸ ਬੇਟੇ, ਸੈਕਿੰਡ ਕੁਐਸਚਨ ਹੈ, ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ? ਹਾਂਜੀ ਬੱਚੇ, ਕਿਸ ਨੇ ਕਿਸ ਨੂੰ ਕਹੇ ਹਨ? ਸੈਕਿੰਡ ਕੁਐਸਚਨ, ਰਾਮ ਪਿਆਰੀ ਨੇ ਆਪਣੇ ਭਾਂਜੇ ਮਦਨ ਨੂੰ ਕਹੇ ਹਨ। ਕੀ ਸ਼ਬਦ ਕਹੇ ਹਨ? ਸੁਖੀ ਸਾਂਦੀ ਮਰਨ ਤੇਰੇ ਵੈਰੀ। ਇਹ ਮੀਨਸ ਹੌਸਲੇ ਦੀ ਭਾਵਨਾ ਦੇ ਰਹੀ ਹੈ, ਦਿਲਾਸਾ ਦੇ ਰਹੀ ਹੈ ਜਦੋਂ ਉਹਨੂੰ ਰਿਐਲਿਟੀ ਦੱਸਦਾ ਹੈ। ਥਰਡ ਕੁਐਸਚਨ, ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ? ਕੌਣ ਬੋਲੇਗਾ ਆਂਸਰ? ਯਸ ਬੇਟੇ, ਟਰਾਈ ਕਰੋ। ਕਿਵੇਂ ਦਿਲਾਸਾ ਦਿੰਦੀ ਹੈ? ਜਿਹੜੀਆਂ ਲਾਈਨਾਂ ਉੱਪਰ ਦਿੱਤੀਆਂ ਉਹਦੇ ਅਕੋਰਡਿੰਗ ਆਂਸਰ ਬਣਾਉਣਾ ਹੈ। ਯਸ ਬੱਚੇ, ਪਲੀਜ਼ ਰੇਜ਼ ਯੂਰ ਹੈਂਡਸ। ਹੁਣ ਤਾਂ ਬੇਟੇ ਇਕਾਂਗੀ ਬਿਲਕੁਲ ਅੱਛੀ ਤਰ੍ਹਾਂ ਤੁਹਾਨੂੰ ਸਮਝ ਆਈ ਹੈ। ਕੋਈ ਆਂਸਰ ਨਹੀਂ? ਚਲੋ ਐਨੀ ਹਾਓ, ਕੀ ਹੈ? ਰਾਮ ਪਿਆਰੀ ਮਦਨ ਨੂੰ ਦਿਲਾਸਾ ਦਿੰਦੀ ਹੈ। ਕੀ ਦਿਲਾਸਾ ਦਿੰਦੀ ਹੈ? ਲਾਈਨਸ ਪੜੋ। ਸੁਖੀ ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ। ਕੀ ਕਹਿੰਦੀ ਹੈ? ਤੂੰ ਘਬਰਾ ਨਾ, ਤੈਨੂੰ ਕੁਝ ਨਹੀਂ ਹੋ ਸਕਦਾ, ਤੈਨੂੰ ਮੈਂ ਕੁਝ ਨਹੀਂ ਹੋਣ ਦੇਵਾਂਗੀ। ਘਰ ਵਿੱਚ ਪੁਲਿਸ ਨਹੀਂ ਆ ਸਕਦੀ ਇੱਥੇ, ਇਸ ਕਰਕੇ ਤੈਨੂੰ ਘਬਰਾਉਣ ਦੀ ਲੋੜ ਨਹੀਂ। ਇਹ 1-2 ਲਾਈਨਾਂ ਵਿੱਚ ਆਂਸਰ ਦੇਣਾ ਹੈ। ਠੀਕ ਹੈ ਬੱਚੇ। ਲਾਸਟ ਕੁਐਸਚਨ ਹੈ, ਇਸ ਵਾਰਤਾਲਾਪ ਦੇ ਅਕੋਰਡਿੰਗ ਵੀਰਾ ਕਿੱਥੋਂ ਆਉਣ ਵਾਲਾ ਹੈ? ਉਸਦੇ ਆਉਣ ਤੇ ਕੀ ਬਣਾਉਣ ਦਾ ਵਿਚਾਰ ਹੈ? ਮਦਨ ਦੀ ਮਾਸੀ ਰਾਮ ਪਿਆਰੀ ਵੀਰਾ ਕਿਹਨੂੰ ਕਹਿੰਦੀ ਹੈ? ਆਪਣੇ ਬੇਟੇ ਕਿਸ਼ੋਰ ਬਾਰੇ ਦੱਸਦੀ ਹੈ। ਕਿੱਥੋਂ ਆਉਣ ਵਾਲਾ ਹੈ? ਕਿ ਉਹ ਸਰਕਾਰੀ ਦਫ਼ਤਰ ਦੇ ਵਿੱਚ ਅਸਿਸਟੈਂਟ ਦੀ ਨੌਕਰੀ ਕਰਦਾ ਹੈ, ਅਸਿਸਟੈਂਟ ਲੱਗਾ ਹੈ ਤੇ ਉਹ ਦਫ਼ਤਰ ਤੋਂ ਛੁੱਟੀ ਹੋਣ ਤੇ ਆਉਣ ਵਾਲਾ ਹੈ। ਉਸ ਦੇ ਆਉਣ ਤੇ ਹੀ ਦੋਨਾਂ ਨੂੰ ਮੈਂ ਚਾਹ ਪਿਲਾਉਣ ਦਾ ਉਸਦਾ ਵਿਚਾਰ ਹੈ ਕਿ ਫਿਰ ਉਹ ਉਹਦੇ ਨਾਲ ਹੀ ਬੈਠ ਕੇ ਉਸਦੀ ਖਾਤਰਦਾਰੀ ਕਰੇਗੀ। ਫਸਟ ਵਾਰਤਾਲਾਪ ਕਲੀਅਰ ਹੋ ਗਿਆ ਬੇਟੇ? ਇਸ ਦੇ ਅਕੋਰਡਿੰਗ ਕੁਐਸਚਨ ਆਂਸਰ ਕਲੀਅਰ ਹੋਏ? ਯਸ ਬੱਚੇ, बोलो बच्चे, क्लियर हो गए क्वेश्चंस? यस। सेकंड वार्तालाप की है कचीची वट के। कचीची मीनस गुस्से विच, कचीची ਹੁੰਦਾ ਐ, कचीची वट के की कहती है? बक बक मत बंद कर बाबा। हरीचंद ਨੂੰ ਵੀ ਕਹਿੰਦਾ ਪਿਤਾ ਜੀ ਫੇਰ ਉਹ ਗੱਲਾਂ, ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ। ਉਠੋ ਬਾਬਾ, ਨਿਕਲੋ ਇੱਥੋਂ। ਇਹਦਾ ਕੀ ਭਾਵ ਹੈ? ਇਹਦੇ ਅਕੋਰਡਿੰਗ ਕੁਐਸਚਨ ਆਂਸਰ ਹੈ, ਇਹ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ? ਕਿਸ ਨੇ ਕਿਸ ਨੂੰ ਕਹੇ ਹਨ? ਕਿਸ ਇਕਾਂਗੀ ਚੋਂ ਨੇ? ਇਹ ਵੀ 17 ਕਿਸ ਇਕਾਂਗੀ ਚੋਂ ਨੇ? ਮੋਹਨਧਾਰੀ ਇਕਾਂਗੀ ਚੋਂ। ਕਿਸ ਨੇ ਕਿਸ ਨੂੰ ਕਹੇ ਨੇ? ਕਿਸ਼ੋਰ ਨੇ ਆਪਣੇ ਪਿਤਾ ਜੀ ਨੂੰ ਕਹੇ ਨੇ। ਕਿਹਦੇ ਬਾਰੇ ਕਹੇ ਨੇ ਜੀ? ਆਦੇ ਸਾਧੂਆਂ ਦੇ ਬਾਰੇ। ਅਗਲਾ ਕੁਐਸਚਨ ਹੈ, ਪੁੱਤਰ ਪਿਤਾ ਨੂੰ ਕੀ ਸਮਝਾ ਚੁੱਕਾ ਹੈ? ਪੁੱਤਰ ਆਪਣੇ ਪਿਤਾ ਹਰੀਚੰਦ ਨੂੰ ਕੀ ਸਮਝਾ ਚੁੱਕਾ ਹੈ? ਕਿ ਉਹ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰੋ, ਇਹਨਾਂ ਪਖੰਡੀ ਬਾਬਿਆਂ ਤੋਂ ਬਚ ਕੇ ਰਿਹਾ ਕਰੋ। ਅਗਲਾ ਕੁਐਸਚਨ ਹੈ, ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ? ਕਿਸ਼ੋਰ ਪਖੰਡੀ ਬਾਬਿਆਂ ਨੂੰ ਮੂੰਹ ਨਾ ਲਾਉਣ ਦੀ ਸਲਾਹ ਦਿੰਦਾ ਹੈ ਤੇ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਥਰਡ ਵਾਰਤਾਲਾਪ, ਫੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ, ਇਹ ਆਪਾਂ ਹੁਣ ਲਾਸਟ ਪੈਰਾ ਪੜਿਆ ਹੀ ਹੈ ਬੇਟੇ। ਖਬਰਦਾਰ ਹਿੱਲੋ ਮਤ। ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ, ਮੈਂ ਇੰਸਪੈਕਟਰ ਦੀਪਚੰਦ, ਹਵਲਦਾਰ ਜਾਣ ਨਾ ਪਾਏ ਮੁਲਜ਼ਮ। ਹਵਲਦਾਰ ਨੂੰ ਵੀ ਇੰਡੀਕੇਟ ਕੀਤਾ ਕਿ ਇਹਨੂੰ ਜਾਣ ਨਹੀਂ ਦੇਣਾ। ਫਸਟ ਕੁਐਸਚਨ, ਇਹ 17 ਕਿਸ ਇਕਾਂਗੀ ਚੋਂ ਨੇ? ਸੇਮ ਮੋਹਨਧਾਰੀ ਇਕਾਂਗੀ ਚੋਂ, ਜੋ ਕਿ ਈਸ਼ਵਰ ਚੰਦਰ ਨੰਦਾ ਦਾ ਲਿਖਿਆ ਹੋਇਆ। ਸੈਕਿੰਡ ਕੁਐਸਚਨ, ਇਸ ਵਾਰਤਾਲਾਪ ਅਨੁਸਾਰ ਮਦਨ ਨੂੰ ਕਿਵੇਂ ਖਬਰਦਾਰ ਕੀਤਾ ਹੈ? ਕਿਵੇਂ ਖਬਰਦਾਰ ਕੀਤਾ ਹੈ? ਕਿ ਇਹ ਹਿੱਲਣਾ ਨਹੀਂ ਚਾਹੀਦਾ। ਰਿਵਾਲਵਰ ਕੱਢ ਕੇ ਉਸਦੇ ਮੋਢੇ ਤੇ ਤਾਣ ਦਿੱਤੀ ਹੈ, ਉਹਨੂੰ ਜਕੜ ਲਿਆ, ਪਕੜ ਲਿਆ ਹੈ। ਥਰਡ ਕੁਐਸਚਨ, ਹਵਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ? ਹਵਲਦਾਰ ਨੂੰ ਇਹ ਕਰਨ ਲਈ ਕਿਹਾ ਗਿਆ ਕਿ ਮੁਲਜ਼ਮ ਕਿਸੇ ਵੀ ਤਰੀਕੇ
ਜਾਣਾ ਨਹੀਂ ਚਾਹੀਦਾ। ਜਾਣ ਨਾ ਪਾਏ ਮੁਲਜ਼ਮ ਵਾਰਤਾਲਾਪ ਵਿੱਚ ਸ਼ਬਦ ਕਿਸਨੇ ਕਿਸ ਨੂੰ ਕਹੇ? ਇਹ ਸ਼ਬਦ ਇੰਸਪੈਕਟਰ ਦੀਪਚੰਦ ਨੇ ਆਪਣੇ ਹਵਲਦਾਰ ਨੂੰ ਕਹੇ ਹਨ। ਇਹ ਸੀ ਬੇਟੇ ਬੈਕ ਐਕਸਰਸਾਈਜ਼ ਕੁਐਸਚਨ। ਹੁਣ ਆਪਾਂ ਕਰੀਏ ਕਰੈਕਟਰ ਸਕੈਚ। ਸਭ ਤੋਂ ਪਹਿਲਾਂ ਮੇਨ ਕਰੈਕਟਰ ਰਾਮ ਪਿਆਰੀ। ਨੋਟ ਕਰੋ ਪਹਿਲੇ ਪੁਆਇੰਟਸ। ਰਾਮ ਪਿਆਰੀ, ਸਭ ਤੋਂ ਪਹਿਲਾਂ ਕੋਈ ਵੀ ਕਰੈਕਟਰ ਆਏ ਇਹ ਨੋਟ ਕਰ ਲਓ, ਜਾਣ ਪਛਾਣ ਦੇਣੀ ਜ਼ਰੂਰੀ ਹੈ। ਜਾਣ ਪਛਾਣ ਦੇ ਬਾਰੇ ਸਭ ਤੋਂ ਪਹਿਲਾਂ ਪਹਿਲੇ ਪੇਤੇ ਇਕਾਂਗੀ ਦੇ ਵਿੱਚ ਸਭ ਦੇ ਬਾਰੇ ਦੱਸਿਆ। ਜਿਹੜਾ ਜਿਹੜਾ ਕਰੈਕਟਰ ਐਂਟਰ ਕਰਦਾ ਉਹਦੇ ਬਾਰੇ ਦੱਸਿਆ ਗਿਆ ਕਿ ਉਹਦੀ ਦਿੱਖ ਕਿਹੋ ਜਿਹੀ ਹੈ, ਉਹਦਾ ਸੁਭਾਅ ਕਿਹੋ ਜਿਹਾ ਹੈ, ਉਸ ਦੇ ਚਿਹਰੇ ਤੇ ਕਿਹੋ ਜਿਹੇ ਭਾਵ ਹਨ, ਔਰ ਉਸ ਤੋਂ ਬਾਅਦ ਕਰੈਕਟਰ ਸਕੈਚ ਹੁੰਦਾ ਕਿ ਉਹਦੀਆਂ ਖੂਬੀਆਂ ਕੀ ਨੇ, ਉਹਦੀਆਂ ਬੁਰਾਈਆਂ ਕੀ ਨੇ, ਜਿਹਦੇ ਕਰਕੇ ਉਹ ਇਕਾਂਗੀ ਵਿੱਚ ਕਿਸ ਰੂਪ ਵਿੱਚ ਸਾਡੇ ਸਾਹਮਣੇ ਆਇਆ। ਮੁੱਖ ਪਾਤਰ ਦੇ ਰੂਪ ਵਿੱਚ ਆਇਆ, ਸਹਾਇਕ ਪਾਤਰ ਦੇ ਰੂਪ ਵਿੱਚ ਆਇਆ ਹੈ, ਜਾਂ ਨਿਮਨ ਪਾਤਰ ਦੇ ਰੂਪ ਵਿੱਚ ਆਇਆ। ਇਹ ਐਂਡ ਕਰਨਾ ਹੁੰਦਾ। ਇਹਨੂੰ ਕਹਿੰਦੇ ਆ ਕਰੈਕਟਰ ਸਕੈਚ। ਚਰਿੱਤਰ ਚਿੱਤਰਣ, ਕਿਸੇ ਵਿਅਕਤੀ ਦੇ ਗੁਣ ਔਗੁਣ ਜਿਹਦੇ ਕਰਕੇ ਇਕਾਂਗੀ ਨੇਪਰੇ ਚੜਦਾ ਹੈ। ਸਭ ਤੋਂ ਪਹਿਲਾ ਪਾਤਰ ਹੈ ਰਾਮ ਪਿਆਰੀ। ਨੋਟ ਕਰੋ, ਰਾਮ ਪਿਆਰੀ ਜਾਣ ਪਛਾਣ। ਸਭ ਤੋਂ ਪਹਿਲਾਂ ਜਾਣ ਪਛਾਣ ਲਿਖੋਗੇ। ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ਮੋਹਨਧਾਰੀ ਇਕਾਂਗੀ ਦੀ ਮੁੱਖ ਪਾਤਰ ਹੈ। ਇਹ ਜਿਹੜਾ ਪਹਿਲੀ ਲਾਈਨ ਹੈ ਨਾ, ਇਹ ਸਾਰੇ ਪਾਤਰਾਂ ਦੇ ਵਿੱਚ ਆਣੀ ਹੈ। ਹਰੀਚੰਦ ਆਏ ਹਰੀਚੰਦ, ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ਮੋਹਨਧਾਰੀ ਦਾ ਮੁੱਖ ਪਾਤਰ ਹੈ, ਉਹ ਵੀ ਮੁੱਖ ਪਾਤਰ ਹੈ। ਬਾਕੀ ਸਾਰੇ ਸਹਾਇਕ ਪਾਤਰ ਨੇ ਜਿਨ੍ਹਾਂ ਦੇ ਆਉਣ ਨਾਲ ਇਕਾਂਗੀ ਅੱਗੇ ਤੁਰਦਾ ਤੇ ਕੰਪਲੀਟ ਹੁੰਦਾ। ਹੁਣ ਆਪਾਂ ਗੱਲ ਕਰਦੇ ਹਾਂ ਰਾਮ ਪਿਆਰੀ ਦੀ ਜਾਣ ਪਛਾਣ ਦੀ। ਰਾਮ ਪਿਆਰੀ ਇਸ ਇਕਾਂਗੀ ਦੇ ਵਿੱਚ ਮੁੱਖ ਪਾਤਰ ਹੈ, ਜਿਸ ਦੇ ਦੁਆਲੇ ਸਾਰਾ ਇਕਾਂਗੀ ਘੁੰਮਦਾ ਹੈ। ਅਧਖੜ ਉਮਰ ਦੀ ਔਰਤ ਹੈ। ਉਹ ਹਰੀਚੰਦ ਦੀ ਪਤਨੀ ਤੇ ਕਿਸ਼ੋਰ ਚੰਦ ਦੀ ਮਾਂ ਹੈ। ਔਰ ਰਾਮ ਪਿਆਰੀ ਦੇ ਸੁਭਾਅ ਦੇ ਤੋਂ ਪਤਾ ਚੱਲਦਾ ਕਿ ਉਹ ਭੋਲੀ ਭਾਲੀ ਇਸਤਰੀ ਹੈ। ਇਕਾਂਗੀ ਦੇ ਸ਼ੁਰੂ ਵਿੱਚ ਹੀ ਉਹ ਸਬਜ਼ੀ ਚੀਰਦੀ ਹੋਈ ਨਜ਼ਰ ਆਉਂਦੀ ਹੈ। ਕੀ ਚੀਰਦੀ ਹੋਈ ਨਜ਼ਰ ਆਉਂਦੀ ਹੈ? ਇਕਾਂਗੀ ਦੇ ਸ਼ੁਰੂ ਵਿੱਚ ਸਬਜ਼ੀ ਕੱਟਦੀ ਹੋਈ ਨਜ਼ਰ ਆਉਂਦੀ ਹੈ। ਇਹ ਪਹਿਲਾ ਪੁਆਇੰਟ ਤਾਂ ਜਾਣ ਪਛਾਣ ਕੋਈ ਵੀ ਕਰੈਕਟਰ ਆਏ ਉਹਦੇ ਵਿੱਚ ਤੁਸੀਂ ਲਿਖਣਾ ਹੈ। ਪਹਿਲੇ ਇਕਾਂਗੀਕਾਰ ਦਾ ਨਾਮ ਆਣਾ ਹੈ, ਠੀਕ ਹੈ। ਜਿਵੇਂ ਰਾਮ ਪਿਆਰੀ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ, ਕਿਹੜਾ ਇਕਾਂਗੀ ਬੇਟੇ? ਮੋਹਨਧਾਰੀ ਦੀ ਮੁੱਖ ਪਾਤਰ ਹੈ। ਕਲੀਅਰ ਹੈ ਬੱਚੇ? ਹੁਣ ਸੈਕਿੰਡ ਪੁਆਇੰਟ ਕੀ ਦਵਾਂਗੇ? ਭੋਲੀ ਭਾਲੀ ਇਸਤਰੀ। ਹੁਣ ਭੋਲੀ ਭਾਲੀ ਚ ਆਪਾਂ ਪੂਰਾ ਇਕਾਂਗੀ ਪੜਿਆ, ਉਹਦੇ ਵਿੱਚ ਆਪਾਂ ਨੂੰ ਪਤਾ ਚੱਲਦਾ ਹੈ ਕਿ ਜਿਹੜੀ ਰਾਮ ਪਿਆਰੀ ਹੈ ਹਰ ਗੱਲ ਬੜੇ ਸਲੀਕੇ ਨਾਲ ਕਰਦੀ ਹੈ। ਉਹਨੂੰ ਵੱਲ ਛਲ ਕੋਈ ਨਹੀਂ ਆਂਦਾ। ਜੇ ਸਾਧੂ ਆਂਦੇ ਆ ਤਾਂ ਉਹਨਾਂ ਪ੍ਰਤੀ ਸ਼ਰਧਾ ਰੱਖਦੀ ਹੈ। ਜੇ ਮਦਨ ਆਂਦਾ ਤਾਂ ਸਮਾਜਿਕ ਰਿਸ਼ਤਿਆਂ ਨੂੰ ਬਿਨਾਂ ਵਲਛਲ ਦੇ ਬੜੀ ਸੁਹਿਰਦਤਾ ਦੇ ਨਾਲ ਨਿਭਾਉਂਦੀ ਹੈ। ਇਸ ਕਰਕੇ ਇਸ ਇਕਾਂਗੀ ਵਿੱਚ ਰਾਮ ਪਿਆਰੀ ਹੈ ਜਿਹੜੀ ਭੋਲੀ ਭਾਲੀ ਇਸਤਰੀ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ, ਕਿਉਂਕਿ ਮਦਨ ਨੂੰ ਆਪਣੇ ਘਰ ਵਿੱਚ ਸ਼ਰਨ ਦੇਣ ਲੱਗਿਆ ਘਬਰਾਉਂਦੀ ਨਹੀਂ ਹੈ। ਜਦੋਂ ਉਹਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਇਹ ਭਗੌੜਾ ਹੈ, ਇਹਦੇ ਮਗਰ ਪੁਲਿਸ ਲੱਗੀ ਹੋਈ ਹੈ, ਫਿਰ ਵੀ ਉਹ ਆਪਣੇ ਭੋਲੇਪਨ ਦੇ ਵਿੱਚ ਉਹਨੂੰ ਕਹਿੰਦੀ ਤੂੰ ਇੱਥੇ ਘਬਰਾ ਨਾ, ਤੂੰ ਇੱਥੇ ਬਿਲਕੁਲ ਸੁਰੱਖਿਅਤ ਹੈ, ਇੱਥੇ ਪੁਲਿਸ ਨਹੀਂ ਆ ਸਕਦੀ। ਕਲੀਅਰ ਹੈ ਬੱਚੇ? ਨੈਕਸਟ ਪੁਆਇੰਟ ਹੈ ਪਤੀ ਦਾ ਖਿਆਲ ਰੱਖਣ ਵਾਲੀ। ਆਪਾਂ ਇਕਾਂਗੀ ਦੇ ਸ਼ੁਰੂ 'ਚ ਹੀ ਦੇਖਦੇ ਹਾਂ, ਪਤੀ ਦੀ ਬਿਮਾਰੀ ਨੂੰ ਲੈ ਕੇ ਬੜੀ ਚਿੰਤਿਤ ਹੈ। ਕੀ ਕਹਿੰਦੀ ਹੈ? ਮਹਿੰਗਾਈ ਬਾਰੇ ਵੀ ਚਿੰਤਿਤ ਹੈ। ਕੀ ਕਹਿੰਦੀ ਹੈ ਕਿ ਇੱਕ ਤਾਂ ਡਾਕਟਰਾਂ ਦੀਆਂ ਦਵਾਈਆਂ ਨੇ ਸਾਨੂੰ ਪਰੇਸ਼ਾਨ ਕੀਤਾ ਹੋਇਆ, ਡਾਕਟਰਾਂ ਦੇ ਵੱਸ ਇਨਸਾਨ ਪਿਆ ਨਹੀਂ ਤੇ ਕਿੰਨੀਆਂ ਕਿੰਨੀਆਂ ਬਿਮਾਰੀਆਂ ਦੱਸ ਦਿੰਦੇ ਨੇ, ਤੇ ਇਸ ਬਿਮਾਰੀ ਤੋਂ ਪਤਾ ਨਹੀਂ ਕਦੋਂ ਸਾਨੂੰ ਛੁਟਕਾਰਾ ਮਿਲੇਗਾ। ਫਿਰ ਮਹਿੰਗਾਈ ਤੋਂ ਵੀ ਕੀ, ਦਵਾਈਆਂ ਦੇ ਖਰਚੇ ਹੀ ਨਹੀਂ ਪੂਰੇ ਨਹੀਂ ਹੁੰਦੇ ਤੇ ਘਰ ਦੇ ਖਰਚੇ ਕਿਵੇਂ ਚੱਲਣੇ ਹਨ। ਇਸ ਕਰਕੇ ਇਸ ਤੇ ਹੁੰਦਿਆਂ ਹੋਇਆਂ ਵੀ ਉਹ ਆਪਣੀ ਪਤੀ ਦੀ ਬਿਮਾਰੀ ਨੂੰ ਲੈ ਕੇ ਬਹੁਤ ਫਿਕਰਮੰਦ ਹੋ ਜਾਂਦੀ। ਜਦੋਂ ਹਰੀਚੰਦ ਘਰੋਂ ਬਾਹਰ ਜਾਣ ਲੱਗਦਾ ਤਾਂ ਪਹਿਲਾਂ ਉਸ ਨੂੰ ਪੁੱਛੇ ਕਿੱਧਰ ਚੱਲੇ ਹੋ, ਕਿਉਂਕਿ ਉਹਨੂੰ ਫਿਕਰ ਹੈ। ਜਦੋਂ ਉਸਨੂੰ ਪਤਾ ਲੱਗਦਾ ਕਿ ਇਹ ਡਾਕਟਰ ਤੋਂ ਦਵਾਈ ਲੈ ਕੇ ਆਏ ਨੇ ਤਾਂ ਸਭ ਤੋਂ ਪਹਿਲਾਂ ਮਦਨ ਦੀ ਗੱਲਬਾਤ ਛੱਡ ਕੇ ਆਪਣੇ ਪਤੀ ਤੋਂ ਪੁੱਛਦੀ ਹੈ ਕਿ ਡਾਕਟਰ ਨੇ ਕੀ ਦੱਸਿਆ। ਤਾਂ ਹਰੀਚੰਦ ਤੋਂ ਜਦੋਂ ਪਤਾ ਚੱਲਦਾ ਕਿ ਇੰਨੀਆਂ ਬਿਮਾਰੀਆਂ ਗਿਣਾ ਦਿੱਤੀਆਂ ਨੇ ਡਾਕਟਰ ਨੇ, ਤਾਂ ਅਜਿਹੀਆਂ ਬਿਮਾਰੀਆਂ ਨੂੰ ਲੈ ਕੇ ਕੀ ਕਹਿੰਦੀ ਹੈ, ਹਾਏ ਰਾਮ ਹੁਣ ਕੀ ਹੋਏਗਾ। ਇੱਥੋਂ ਪਤਾ ਚੱਲਦਾ ਹੈ ਕਿ ਉਹ ਆਪਣੇ ਪਤੀ ਦੀਆਂ ਤਕਲੀਫਾਂ ਨੂੰ ਲੈ ਕੇ ਬਹੁਤ ਚਿੰਤਿਤ ਹੋ ਜਾਂਦੀ ਤੇ ਉਸ ਦਾ ਪੂਰਾ ਖਿਆਲ ਰੱਖਦੀ ਹੈ। ਤੇ ਕੀ ਕਹਿੰਦੀ ਹੈ, ਤੁਹਾਨੂੰ ਅੰਗਰੇਜ਼ੀ ਦਵਾਈਆਂ ਛੱਡ ਕੇ ਕਿਸੇ ਵੈਦ ਹਕੀਮ ਦੇ ਕੋਲ ਜਾਣਾ ਚਾਹੀਦਾ ਹੈ। ਨੈਕਸਟ,
ਸਾਧੂ ਮਹਾਤਮਾ ਦੇ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਣ ਵਾਲੀ। ਰਾਮ ਪਿਆਰੀ ਸਾਧੂ ਮਹਾਤਮਾ ਦੇ ਪ੍ਰਤੀ ਬੜੀ ਸ਼ਰਧਾ ਦੀ ਭਾਵਨਾ ਰੱਖਦੀ। ਜਦੋਂ ਬਾਹਰੋਂ ਆਵਾਜ਼ ਸੁਣਦੀ ਹੈ ਸਾਧੂਆਂ ਦੀ, ਜਿਹੜੇ ਕਿ ਦੋਹੇ ਪੜਦੇ ਹੋਏ ਆ ਰਹੇ ਨੇ ਕਬੀਰ ਜੀ ਦੇ, ਤਾਂ ਕੀ ਕਹਿੰਦੀ, ਮਹਾਰਾਜ ਅੰਦਰ ਲੰਘ ਆਓ। ਫਿਰ ਜਦੋਂ ਅੰਦਰ ਆਉਂਦੇ ਆ ਤਾਂ ਉਹਨਾਂ ਨੂੰ ਬੜੇ ਸਤਿਕਾਰ ਨਾਲ ਮੰਜੀ ਢਾ ਕੇ ਉਹਨਾਂ ਨੂੰ ਬਿਠਾਉਂਦੀ ਹੈ, ਫਿਰ ਖੇਸ ਵਿਛਾਉਂਦੀ ਹੈ ਮੰਜੀ ਢਾ ਕੇ, ਫਿਰ ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕਰਦੀ ਹੈ ਤੇ ਉਹਨਾਂ ਦੇ ਅੱਗੇ ਫਲ ਪਰੋਸਦੀ ਹੈ। ਇੱਥੋਂ ਪਤਾ ਚੱਲਦਾ ਹੈ ਕਿ ਉਹ ਸਾਧੂ ਮਹਾਤਮਾ ਦੇ ਪ੍ਰਤੀ ਬੜੀ ਸ਼ਰਧਾ ਦੀ ਭਾਵਨਾ ਰੱਖਦੀ, ਉਹਨਾਂ ਨੂੰ ਦੁਰਕਾਰਦੀ ਨਹੀਂ ਹੈ। ਅੱਗੇ ਹੈ ਘਰ ਦੇ ਦੁੱਖ ਕਲੇਸ਼ ਤੋਂ ਦੁਖੀ ਹੈ, ਉਹ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਉਹਨੂੰ ਘਰ ਦੇ ਦੁੱਖ ਤਕਲੀਫਾਂ, ਜਿਵੇਂ ਕਿ ਮਦਨ ਆ ਜਾਂਦਾ ਤਾਂ ਵੀ ਦੁਖੀ ਹੈ, ਫਿਰ ਮਹਿੰਗਾਈ ਕਰਕੇ ਵੀ ਦੁਖੀ ਹੈ। ਸਾਧੂ ਕਹਿੰਦੇ ਨੇ ਕਿ ਤੁਹਾਡੇ ਘਰ ਵਿੱਚ ਸਭ ਤੋਂ ਜ਼ਿਆਦਾ ਦੁਖੀ ਉਦੋਂ ਦੇ ਜਦੋਂ ਸਾਧੂ ਕਹਿੰਦੇ ਨੇ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁੱਖ ਹੈ, ਕੋਈ ਨਾ ਕੋਈ ਕਲੇਸ਼ ਹੈ, ਤਾਂ ਉਹ ਸਮਝਦੀ ਹੈ ਕਿ ਵਾਕਈ ਪਤੀ ਦੀ ਬਿਮਾਰੀ ਕਰਕੇ ਉਹ ਬਹੁਤ ਦੁਖੀ ਹਨ। ਨੈਕਸਟ, ਭਾਂਜੇ ਲਈ ਫਿਕਰਮੰਦ। ਆਪਣੇ ਭਾਂਜੇ ਦੇ ਲਈ ਭੈਣ ਦਾ ਨਾਮ ਕੀ ਹੈ, ਗਿਆਨੋ। ਗਿਆਨੋ ਦੇ ਮੁੰਡੇ ਮਦਨ ਦੇ ਲਈ ਬੜੀ ਫਿਕਰਮੰਦ ਹੋ ਜਾਂਦੀ ਜਦੋਂ ਉਹ ਦੱਸਦਾ ਹੈ ਕਿ ਉਸਦੇ ਮਗਰ ਪੁਲਿਸ ਲੱਗੀ ਹੈ। ਨਾਲ ਹੀ ਉਹਨੂੰ ਹੌਸਲਾ ਵੀ ਦਿੰਦੀ ਹੈ, ਹੌਸਲਾ ਦੇਣ ਵਾਲੀ, ਦੁੱਖ ਤਕਲੀਫ ਵੇਲੇ ਦੂਸਰਿਆਂ ਨੂੰ ਹੌਸਲਾ ਦੇਣ ਵਾਲੀ, ਹੌਸਲਾ ਵੀ ਦਿੰਦੀ ਹੈ ਤੇ ਨਾਲ ਹੀ ਉਸ ਨੂੰ ਕੀ ਕਰਦੀ ਹੈ ਕਿ ਉਸ ਦੇ ਬਾਰੇ ਫਿਕਰਮੰਦ ਹੋ ਜਾਂਦੀ ਹੈ। ਬਾਕੀ ਬੇਟੇ ਆਪਾਂ ਨੈਕਸਟ ਕਲਾਸ ਵਿੱਚ ਕਰਾਂਗੇ, ਠੀਕ ਹੈ। ਕਲੀਅਰ ਹੈ ਬੱਚੇ? ਟਾਈਮ ਹੋ ਗਿਆ, ਟਾਈਮ ਹੋਣ ਵਾਲਾ ਬੱਚੇ? ਯੈਸ ਬੱਚੇ, ਟਾਈਮ ਇਜ਼ ਓਵਰ। ਥੈਂਕ ਯੂ ਸੋ ਮਚ।